ਤੁਸੀਂ ਅਸੀਂ ਬਾਰ-ਬਾਰ ਇਹੀ ਗੱਲ ਲੈ ਕੇ ਆਂਦੀ ਹੈ ਵੀ ਪੰਜਾਬ ਜਦੋਂ ਤੱਕ ਪੰਜਾਬ ਦੇ ਲੋਕਾਂ ਕੋਲੇ ਆਪਦੀ ਕਿਸਮਤ ਘੜਨ ਦੇ ਅਧਿਕਾਰ ਨਹੀਂ ਹੋਣਗੇ, ਤੁਸੀਂ ਕਿਵੇਂ ਆਪਦੀ ਕਿਸਮਤ ਘੜ ਲਓਗੇ? ਸੋ ਅਧਿਕਾਰ ਕੌਣ ਲਈ ਬੈਠਾ? ਉਹ ਸੈਂਟਰ ਸਰਕਾਰ ਲਈ ਬੈਠੀ ਹੈ। किसानी संघर्ष के दौरान चर्चा में आए अदाकार दीप सिद्धू के बयान ने फिर से सियासी दलों में हलचल मचा दी है। गुरु नगरी श्री अनंतपुर साहब पहुंचे सिद्धू ने किसान आगू गुरनाम सिंह चड़ूनी के बयान का समर्थन किया है। दीप सिद्धू ने गुरु नगरी श्री अनंतपुर साहब पहुंचकर तख्त श्री केसगढ़ साहब में माथा टेका। पत्रकारों से बातचीत करते हुए उन्होंने कहा कि उन्होंने किसानी संघर्ष को लेकर यहाँ अरदास की है कि सभी इकट्ठा होकर यहाँ लड़ाई लड़े। उन्होंने किसान आगू गुरनाम सिंह चड़ूनी के बयान का समर्थन करते हुए कहा कि हमें जरूर चुनाव लड़ना चाहिए। दीप सिद्धू ने कहा कि आज जरूरत है कि हमें पॉलिटिक्स स्पेस को भी पूरा कर लेना चाहिए। ये बात धरने पर बैठे नेताओं को भी समझनी होगी। सिर्फ संघर्ष की वजह से हमारा कोई हल नहीं होगा, हमें अपना राजनीतिक दायरा भी बढ़ाना होगा। उन्होंने कहा कि अगर हम चुनाव नहीं लड़ते तो हमें अगले 5 साल भी संघर्ष में ही बिताने होंगे। उन्होंने कहा कि पंजाब की किस्मत बदलने का हक पंजाब के लोगों के पास ही है, फैसला उन्हें खुद लेना है। उन्होंने कहा कि हमारा संघर्ष बड़ा ही शांत तरीके से चल रहा है। 26 जनवरी को जो हुआ वह भी हम शांत तरीके के साथ ही गए थे, पर हमें बदनाम किया गया। ये सरकारों का काम होता है कि जो भी नई लहर उठे उसे बदनाम किया जाए। पिछले कई दशकों से कांग्रेस, अकाली दल और भाजपा की सरकार रही है, किसी ने भी हमें कुछ नहीं दिया। हमें सिर्फ गलियों नालियों तक विकास तक नाम पर सीमित रखा गया है। आम आदमी पार्टी और श्रोमणी अकाली दल द्वारा पंजाब में मुफ्त बिजली दिए जाने के सवाल पर बोलते हुए उन्होंने कहा कि यहाँ कुछ मुफ्त नहीं मिलता है, ये लोग सिर्फ जनता को बरगलाकर वोट हासिल करते हैं। उन्होंने ये भी कहा कि अरविंद केजरीवाल हमें मुफ्त बिजली ना दे, वह सिर्फ पंजाब को जो पानी दिल्ली जाता है उसका ही मूल्य दे दे तो बड़ी बात है। ਅੱਜ ਅਸੀਂ ਜਿਹੜੇ ਸਾਰੇ ਕਿਸਾਨੀ ਸੰਘਰਸ਼ 'ਚ ਜਾਂ ਸਾਡੇ ਜਿਹੜੇ ਪੰਥਕ ਸ਼ਖਸੀਅਤਾਂ ਉਹ ਅਸੀਂ ਇੱਥੇ ਇਕੱਠੇ ਹੋ ਕੇ ਅਰਦਾਸ ਬੇਨਤੀ ਕੀਤੀ ਹੈ ਗੁਰੂ ਸਾਹਿਬ ਨੂੰ, 10ਵੇਂ ਪਾਤਸ਼ਾਹ ਨੂੰ, ਵੀ ਅਗਲਾ ਜਿਹੜਾ ਸਾਡਾ ਹੁਣ ਕੋਈ ਕਦਮ ਹੋਵੇ ਅਸੀਂ ਇਕੱਠੇ ਹੋ ਕੇ ਤੁਰੀਏ, ਪੰਜਾਬ ਦੇ ਹੱਕਾਂ ਦੀ ਗੱਲ ਕਰੀਏ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰੀਏ, ਜਾਂ ਪੰਜਾਬ 'ਚ ਉਸ ਤਰ੍ਹਾਂ ਦੀ ਕੋਈ ਇੱਕ ਕੋਈ ਜਿਵੇਂ ਕਹਿੰਦੇ ਆ ਵੀ ਜਥੇਬੰਦਕ ਢਾਂਚਾ ਖੜਾ ਕਰੀਏ, ਇਕੱਠੇ ਰਲ ਕੇ ਸਾਰੇ ਪੰਜਾਬ ਦੇ ਦਰਦੀ ਜਿਹੜੇ ਉਹਦੇ 'ਚ ਰਲ ਕੇ, ਹੈ ਨਾ, ਜਿਹੜਾ ਢਾਂਚਾ ਅੱਜ ਤੱਕ ਅਸੀਂ ਸੋਚਦੇ ਰਹੇ ਹਾਂ। ਜਾਂ ਜਿਵੇਂ ਦੇਖੋ ਤੁਸੀਂ ਉਦੋਂ ਕੇ ਸਾਹਿਬ ਵੀ ਖੜੇ ਆ ਜੀ, ਇੱਧਰ ਗੁਰਮੀਤ ਬਾਈ, ਫਿਰ ਆਪਣੇ ਪਿੱਛੇ ਆਪਣੇ ਹੋਰ ਸਾਰੇ ਸੰਗਰੂਰ ਤੋਂ ਵੀ ਸੰਗਤ ਆਈ ਆ, ਬਰਨਾਲੇ ਜ਼ਿਲ੍ਹੇ ਤੋਂ ਵੀ ਆਈ ਆ, ਦਾਨਗੜ੍ਹ ਬਾਈ ਆਏ ਆ, ਬਾਬਾ ਜੀ ਖੜੇ ਆ ਜੀ ਇੱਥੇ ਸਾਡੇ ਨਾਲ। ਇਹ ਟਕਸਾਲੀ ਸਿੰਘ ਆ, ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਹੁੰਦੇ ਸੀ, ਹੈ ਨਾ। ਤਾਂ ਸਾਰਿਆਂ ਦੇ ਜਿਹੜਾ ਇੱਥੇ ਸਾਡਾ ਮਕਸਦ ਇਹ ਆ ਵੀ ਪੰਜਾਬ ਦੀ ਖਾਤਰ ਅਰਦਾਸ ਕਰੀਏ ਅੱਜ, ਤੇ ਗੁਰੂ ਸਾਹਿਬ ਸਾਨੂੰ ਬਲ ਬਖਸ਼ਣ ਤੇ ਅਸੀਂ ਇਕੱਠੇ ਹੋ ਕੇ ਤੁਰੀਏ, ਇੱਕ ਇਕੱਠੇ ਹੋਣ ਦਾ ਹੋਕਾ ਦਈਏ। ਸਾਡੇ ਕਿਸਾਨੀ ਸੰਘਰਸ਼ 'ਚ ਵੀ ਅਸੀਂ ਇੱਕ ਏਕੇ ਦਾ ਹੋਕਾ ਦੇ ਕੇ ਤੇ ਉਸ ਸੰਘਰਸ਼ 'ਚ ਵੀ ਆਪਦੀ ਸ਼ਮੂਲੀਅਤ ਹੁਣ ਵੀ ਹੈਗੀ ਆ, ਗਾਂਹ ਵੀ ਕਰਦੇ ਰਹੀਏ। ਸਾਡੀ ਲੀਡਰਸ਼ਿਪ ਨੂੰ ਵੀ ਇਹ ਅਸੀਂ ਬੇਨਤੀ ਕਰਾਂਗੇ ਫਿਰ ਵੀ ਏਕੇ ਦਾ ਹੋਕਾ ਅਸੀਂ ਦੇਣ ਆਏ ਹਾਂ। ਅੱਜ ਅਰਦਾਸ ਕੀਤੀ ਆ ਤਖਤ ਸਾਹਿਬ ਤੇ ਅਨੰਦਪੁਰ ਸਾਹਿਬ। ਕੱਲ੍ਹ ਚੜੂਨੀ ਸਾਹਿਬ ਦਾ ਕੋਈ ਬਿਆਨ ਆਇਆ ਸੀ। ਦੇਖੋ ਇਹ ਸਾਰੀਆਂ ਗੱਲਾਂ ਨਾ ਅਸੀਂ ਕਈ ਵਾਰੀ ਇੱਕ ਦੂਜੇ ਦੇ ਵਿਰੁੱਧ ਪੋਜੀਸ਼ਨਾਂ ਲੈ ਕੇ ਖੜ੍ਹ ਜਾਂਦੇ ਆ। ਆਉਣ ਵਾਲੇ ਸਮੇਂ 'ਚ ਚੋਣਾਂ ਆ ਰਹੀਆਂ ਪੰਜਾਬ 'ਚ, ਉੱਥੇ ਇੱਕ ਦੂਜੇ ਦੇ ਵਿਰੁੱਧ ਪੋਜੀਸ਼ਨਾਂ ਲੈ ਕੇ ਖੜ੍ਹ ਜਾਂਦੇ ਆ। ਪਰ ਹੁਣ ਜਿਸ ਤਰ੍ਹਾਂ ਲੋਕ ਕੀ ਚਾਹੁੰਦੇ ਆ, ਲੋਕ ਇਹ ਚਾਹੁੰਦੇ ਆ ਵੀ ਤੁਸੀਂ ਐਡਾ ਲੰਬਾ ਸੰਘਰਸ਼ ਕੀਤਾ, ਇਕੱਠੇ ਰਹੋ, ਪੰਜਾਬ ਦੇ ਹੱਕ ਹਕੂਕ ਦੀ ਗੱਲ ਕਰੋ, ਕਿਸਾਨਾਂ ਦੇ ਹੱਕ ਹਕੂਕ ਦੀ ਗੱਲ ਕਰੋ, ਤੇ ਸਰਕਾਰ ਨਾਲ ਮੱਥਾ ਲਾਈਏ, ਉਹਨਾਂ ਤੋਂ ਆਪਦੇ ਹੱਕ ਲੈ ਕੇ ਆਈਏ। ਚਾਹੇ ਸਾਡੇ ਬਿੱਲ ਕੈਂਸਲ ਕਰਾਉਣੇ ਹੋਣ, ਚਾਹੇ ਅਸੀਂ ਗਾਂਹ ਪੰਜਾਬ ਕੇਂਦਰਤ ਖੇਤੀਬਾੜੀ ਮਾਡਲ ਦੀ ਗੱਲ ਹੋਵੇ, ਆਪਦੇ ਥਾਂ ਤੇ ਕਿਤੇ ਲੱਖਾ ਸਿਧਾਣਾ, ਕਿਤੇ ਸਾਡੀਆਂ ਜਥੇਬੰਦੀਆਂ, ਕਿਤੇ ਕੋਈ ਕਲਾਕਾਰ ਸਾਡੇ ਸਾਰਾ ਇਹ ਇਕੱਠੇ ਹੋ ਕੇ ਸੰਘਰਸ਼ ਕਰ ਰਹੇ। ਤੇ ਜੇ ਕਿਤੇ ਇੱਕ ਹੋ ਜਾਣ ਤੇ ਮੈਨੂੰ ਲੱਗਦਾ ਸਾਡੀ ਜਿੱਡੀ ਕੁ ਤਾਕਤ ਬਣਦੀ ਆ, ਤੇ ਉਹਦੇ ਤੋਂ ਫਿਰ ਜਿਹੜੀ ਸੈਂਟਰ ਦੀ ਸਰਕਾਰ ਆ ਉਹ ਡਰੂਗੀ ਵੀ ਤੇ ਸਾਨੂੰ ਸਾਡੇ ਹੱਕ ਵੀ ਦੇਊਗੀ। ਤੇ ਫਿਰ ਹੋਰ ਪਾਸੇ ਨਹੀਂ ਅੰਦੋਲਨ ਚੱਲ ਜਾਏਗਾ ਜੇ ਦੇਖੋ ਚੋਣਾਂ ਲੜਨ ਦੀ ਗੱਲ। ਦੇਖੋ ਇਹ ਗੱਲ ਸਾਨੂੰ ਸਮਝਣੀ ਪਊਗੀ। ਅੰਦੋਲਨ ਆ ਜਿਹੜਾ ਸਾਡਾ, ਉਹ ਇੱਕ ਸਮਾਜਿਕ ਤੌਰ ਤੇ ਬੰਦੇ ਜੁੜੇ ਹੋਏ ਆ ਤੇ ਸਾਡਾ ਇੱਕ ਸੰਘਰਸ਼ ਆ।
ਇਸ ਗੱਲ ਨੂੰ ਸਮਝਿਓ ਫਰਕ ਕੀ ਆ। ਅਸੀਂ ਇੱਕ ਸਿਵਲ ਸੁਸਾਇਟੀ ਜਿਹੜੀ ਜਦੋਂ ਕੋਈ ਸਰਕਾਰ ਜ਼ੁਲਮ ਤੇ ਜ਼ਬਰ ਕਰਦੀ ਆ, ਇੱਕ ਸਿਵਲ ਸੁਸਾਇਟੀ ਪੈਦਾ ਹੁੰਦੀ ਆ, ਸਿਵਲ ਸੁਸਾਇਟੀ ਦੇ ਲੋਕ ਖੜੇ ਹੁੰਦੇ ਆ ਤੇ ਆਵਾਮ ਜਾਂ ਸਾਡੀ ਮਖਲੂਕ ਉਹਨਾਂ ਦੇ ਪਿੱਛੇ ਲੱਗ ਜਾਂਦੀ ਆ ਜਾਂ ਉਹਨਾਂ ਦਾ ਸਾਥ ਦਿੰਦੀ ਆ ਵੀ ਤੁਸੀਂ ਸੰਘਰਸ਼ ਕਰੋ। ਇੱਕ ਸਪੇਸ ਹੋ ਗਈ ਇਹ। ਇੱਕ ਸਪੇਸ ਕੀ ਆ? ਪੋਲੀਟੀਕਲ, ਜਿਹੜੀ ਸਾਡੀ ਉਹ ਚੁਣਿੰਦਾ ਬੰਦੇ ਜਿਹੜੇ ਸਾਡੇ ਵਿਧਾਨ ਸਭਾ ਤੇ ਸਾਡੇ ਲੋਕ ਸਭਾ ਜਾ ਕੇ ਗੱਲ ਕਰਨ, ਉਹ ਇੱਕ ਹੋਰ ਸਪੇਸ ਆ। ਇਹ ਵੱਖਰੀਆਂ ਵੱਖਰੀਆਂ, ਇਹਨਾਂ ਨੂੰ ਅਸੀਂ ਵੱਖ-ਵੱਖ ਕਰਕੇ ਦੇਖੀਏ। ਉਹ ਸਪੇਸ 'ਚ ਅੱਜ ਤੱਕ ਸਰਕਾਰਾਂ ਦੇ ਬੰਦੇ ਆਉਂਦੇ ਆ, ਸਰਕਾਰਾਂ ਦੇ ਬੰਦੇ ਹੀ ਅਸੀਂ ਚੁਣ ਕੇ ਵਾਪਸ ਭੇਜ ਦਿੰਦੇ ਆ ਤੇ ਉਹ ਸਰਕਾਰਾਂ ਦੇ ਹੱਕ 'ਚ ਹੀ ਭੁਗਤ ਜਾਂਦੇ ਆ। ਸਾਨੂੰ ਅੱਜ ਸਿਵਲ ਸੁਸਾਇਟੀ ਦਾ ਜਿਹੜਾ ਸਪੇਸ ਉਹ ਅਸੀਂ ਮੰਨ ਲਈ, ਸਾਨੂੰ ਉਹ ਸਪੇਸ ਵੀ ਮੰਨ ਲੈਣੀ ਚਾਹੀਦੀ ਆ। ਨਹੀਂ ਡਾਕਟਰ ਸਾਹਿਬ, ਸੋ ਸਾਨੂੰ ਪੋਲੀਟੀਕਲ ਸਪੇਸ ਆ ਜਿਹੜੀ ਉਹ ਵੀ ਮੰਨ ਲੈਣੀ ਚਾਹੀਦੀ ਆ। ਪੰਜਾਬ ਦੇ ਲੋਕ ਕਲੈਕਟਿਵ ਲੀਡਰਸ਼ਿਪ ਪੈਦਾ ਕਰਕੇ, ਕਿਸਾਨੀ ਜਿਹੜੇ ਸਾਡੇ ਕਿਸਾਨ ਉੱਥੇ ਲੀਡਰ ਬੈਠੇ ਆ, ਉਹਨਾਂ ਨੂੰ ਵੀ ਇਹ ਗੱਲ ਸਮਝਣੀ ਚਾਹੀਦੀ ਆ ਵੀ ਜੀ ਜਦੋਂ ਤੱਕ ਅਸੀਂ ਪੋਲੀਟੀਕਲ ਸਪੇਸ ਨੂੰ ਨਹੀਂ ਮੰਨਾਂਗੇ ਤੇ ਸਾਡੇ ਜੇ ਅਸੀਂ ਕਵਾਂਗੇ ਵੀ ਸਿਰਫ ਸੰਘਰਸ਼ ਕਰਕੇ ਹੱਲ ਇਕੱਲੇ ਹੋ ਜਾਣਗੇ ਤਾਂ ਇਹ ਨਹੀਂ ਹੋਣੇ। ਸਾਨੂੰ 3-4 ਮੂਵਮੈਂਟਾਂ ਇਕੱਠੀਆਂ ਚਲਾਉਣੀਆਂ ਪੈਣੀਆਂ। ਇੱਕ ਤਾਂ ਅਸੀਂ ਦਿੱਲੀ ਦੀਆਂ ਜਾ ਕੇ ਬਰੂਹਾਂ ਤੇ ਬਹਿ ਗਏ, ਦੂਜੇ ਪਾਸੇ ਪੋਲੀਟੀਕਲ ਸਪੇਸ ਮੰਨ ਲਓ, ਤੀਜੇ ਪਾਸੇ ਸਾਡੇ ਇੰਟੈਲੈਕਚੁਅਲਸ ਦੀ ਜਿਹੜੇ ਬਿਰਤਾਂਤ ਸਿਰਜਣ, ਚੌਥਾ ਸਾਡਾ ਮੀਡੀਆ ਵੀ ਖੜਾ ਕਰੋ। ਸਰਕਾਰ ਕੀ ਕਰਦੀ ਹੈ? ਸਰਕਾਰ ਕੋਲੇ ਵੀ ਤਾਂ ਇੰਬੈਡਡ ਪੱਤਰਕਾਰ ਹੁੰਦੇ ਆ ਨਾ। ਤੁਸੀਂ ਤਾਂ ਪੰਜਾਬੀ ਮੀਡੀਆ ਨੇ ਹਮੇਸ਼ਾ ਕਿਸਾਨੀ ਸੰਘਰਸ਼ ਦਾ ਪੰਜਾਬ ਦਾ ਸਾਥ ਦਿੱਤਾ, ਪਰ ਨੈਸ਼ਨਲ ਮੀਡੀਆ ਝਾਕ ਕੇ ਤਾਂ ਦੇਖੋ ਤੁਸੀਂ, ਅੱਜ ਤੱਕ ਕੋਈ ਕਿਸਾਨੀ ਸੰਘਰਸ਼ ਦੀ ਖਬਰ ਲਾਈ ਆ? ਤੇ ਜੇ ਲਾਈਆਂ ਤਾਂ ਸਾਰਿਆਂ ਨੇ ਸਾਡੇ ਉਲਟ ਜਾ ਕੇ ਲਾਈਆਂ। ਸੋ ਇਹਦਾ ਮਤਲਬ ਉਹ ਇੰਬੈਡਡ ਮੀਡੀਆ ਜਿਹੜਾ ਸਰਕਾਰ ਦੇ ਹੱਕ 'ਚ ਹਮੇਸ਼ਾ ਭੁਗਤੂਗਾ। ਉਹ ਤੋਂ ਖਹਿੜਾ ਛਡਾਉਣ ਵਾਸਤੇ, ਸਾਡਾ ਆਪਦਾ ਬਿਰਤਾਂਤ ਸਿਰਜਣ ਵਾਸਤੇ ਸਾਨੂੰ ਵੀ ਆਪਦਾ ਬੰਦੇ ਖੜੇ ਕਰਨੇ ਪੈਣਗੇ, ਆਪਦਾ ਮੀਡੀਆ ਖੜਾ ਕਰਨਾ ਪਊਗਾ। ਯਾਨੀ ਕਿ ਤੁਸੀਂ 2022 ਦੀਆਂ ਚੋਣਾਂ ਦੇ ਲਈ ਮੈਂ ਸਹਿਮਤ ਇਸ ਕਰਕੇ ਆ ਜੀ ਕਿਉਂਕਿ ਇਹ ਵੱਖਰੀਆਂ ਵੱਖਰੀਆਂ ਸਪੇਸਿਸ ਆ, ਇਹ ਵੱਖਰੀਆਂ ਵੱਖਰੀਆਂ ਸਪੇਸਿਸ ਨੂੰ ਸਮਝੀਏ। ਅਸੀਂ ਇਹ ਨਹੀਂ ਕਹਿ ਰਹੇ ਵੀ ਉਸ ਸੰਘਰਸ਼ ਤੋਂ ਪਾਸੇ ਹਟ ਕੇ ਤੇ ਅਸੀਂ ਚੋਣਾਂ ਲੜ ਰਹੇ ਹਾਂ, ਨਹੀਂ। ਸਾਨੂੰ ਇਹ ਗੱਲ ਸਮਝਣੀ ਪਊਗੀ ਜਦੋਂ ਤੱਕ ਅਸੀਂ ਆਪਦੀ ਸਪੇਸ, ਪੋਲੀਟੀਕਲ ਸਪੇਸ ਵੀ ਨਹੀਂ ਮਲਦੇ ਨਾ, ਤੁਹਾਨੂੰ ਆਉਣਾ ਹੀ ਪਊ ਇਸ ਗੱਲ ਤੇ। ਜੇ ਤੁਸੀਂ ਕਹਿ ਰਹੇ ਹੋ ਵੀ ਅੱਜ ਸੰਘਰਸ਼ ਚੱਲ ਰਿਹਾ ਤੇ ਅਸੀਂ ਇਸ ਗੱਲ ਤੇ ਨਾ ਆਈਏ, ਅਸੀਂ ਫੇਰ ਖਤਾ ਖਾ ਜਾਾਂਗੇ, ਮੁੜ ਕੇ 5 ਸਾਲ ਫੇਰ ਅਸੀਂ ਸੰਘਰਸ਼ ਹੀ ਕਰਦੇ ਰਹਿ ਜਾਾਂਗੇ। ਅੱਜ ਮੌਕਾ ਪੰਜਾਬ ਦੇ ਲੋਕ ਇਹ ਚਾਹੁੰਦੇ ਆ ਵੀ ਸੰਘਰਸ਼ ਜਿੱਤ ਕੇ ਆਓ। ਗੁਰੂ ਮਹਾਰਾਜ 10ਵੇਂ ਪਾਤਸ਼ਾਹ ਸਾਨੂੰ ਉਹਨਾਂ ਦੀ ਅਗਵਾਈ 'ਚ, ਬਾਜਾਂ ਵਾਲਿਆਂ ਨੇ ਸਾਨੂੰ ਇਹ ਸੰਘਰਸ਼ ਜਿਤਾਉਣਾ, ਉਹਨਾਂ ਤੇ ਭਰੋਸਾ ਰੱਖ ਕੇ ਅਸੀਂ ਸੰਘਰਸ਼ ਜਿੱਤ ਕੇ ਆਈਏ, ਨਾਲ ਅਸੀਂ ਉਹ ਚੋਣਾਂ ਦੇ ਖੇਤਰ ਨੂੰ ਵੀ ਜਿੱਤ ਗਏ। ਇਹ ਬਹੁਤ ਜ਼ਰੂਰੀ ਆ। ਸਰਕਾਰ ਨੇ ਹਿੱਲਣਾ ਹੀ ਤਾਂ ਜਦੋਂ ਪਤਾ ਲੱਗ ਗਿਆ ਉਹਨਾਂ ਨੂੰ ਨਾ ਵੀ ਇਹ ਤਾਂ ਬਾਈ ਜੀ ਪੈ ਗਏ। ਚੋਣਾਂ ਜਾਣਾ ਤਾਂ ਸੰਯੁਕਤ ਮੋਰਚੇ ਦੀ ਅਗਵਾਈ ਹੇਠ ਆਣਗੇ ਨਾ, ਅਲੱਗ-ਅਲੱਗ ਜਿਹੜੇ ਵੱਡੇ ਕਿਸਾਨ ਲੀਡਰ ਹੈਗੇ ਆ, ਹਾਂਜੀ, ਉਹ ਅਲੱਗ-ਅਲੱਗ ਚੋਣਾਂ ਵਿੱਚ ਜਾਣ ਦੀ ਗੱਲਾਂ ਕਰ ਰਹੇ ਨੇ। ਨਹੀਂ ਇਹ ਵੀ ਗੱਲ ਸਾਡੀ ਮੇਰੇ ਖਿਆਲ 'ਚ, ਸਾਨੂੰ ਜੇ ਅਸੀਂ ਆਪਦੇ ਏਕੇ ਨੂੰ ਨਾ ਸਮਝ ਸਕੇ, ਸਾਨੂੰ ਪਹਿਲਾਂ ਤਾਂ ਆਪਦੇ ਏਕੇ ਨੂੰ ਸਮਝਣਾ ਪੈਣਾ ਨਾ। ਜੇ ਅਸੀਂ ਆਪਦੇ ਏਕੇ ਨੂੰ ਨਾ ਸਮਝ ਸਕੇ ਤੇ ਸਾਰੇ ਹੀ ਅੱਡ-ਅੱਡ ਤੁਰ ਪਏ, ਫਿਰ ਸਾਡਾ ਕੁਝ ਨਹੀਂ ਵਟਿਆ ਜਾਣਾ। ਦੇਖੋ ਇਦੋਂ ਪਹਿਲਾਂ ਵੀ ਸਾਨੂੰ ਇਹ ਗੱਲ ਸਮਝ ਲੈਣੀ ਚਾਹੀਦੀ ਹੈ, ਜਿਹੜਾ ਪੋਲੀਟੀਕਲ ਸਪੇਸ ਆ ਨਾ, ਉਹ ਸਟੇਟ ਦੀ ਜਾਂ ਸਰਕਾਰ ਦੀ ਸਪੇਸ ਆ, ਉਹ ਸਾਨੂੰ ਕਦੇ ਚੁਣ ਕੇ ਅੱਗੇ ਆਉਣ ਨਹੀਂ ਦੇਣਗੇ। ਪਰ ਜੇ ਅਸੀਂ ਇੱਕ ਹੋ ਗਏ ਤਾਂ ਜਿਹੜੀ ਇੱਕ ਹਵਾ ਵਗੂਗੀ ਉਸ ਤੋਂ ਬਾਅਦ, ਉਸ ਵੇਲੇ ਪੋਲੀਟੀਕਲ ਸਪੇਸ ਫੇਰ ਮੱਲੀ ਜਾ ਸਕਦੀ ਹੈ। ਕੱਲੇ ਦਾ ਕੁਝ ਨਹੀਂ ਵਟਿਆ ਜਾਣਾ। ਅਸੀਂ ਬਾਰ-ਬਾਰ ਇਹੀ ਗੱਲ ਲੈ ਕੇ ਆਂਦੀ ਹੈ ਵੀ ਪੰਜਾਬ ਜਦੋਂ ਤੱਕ ਪੰਜਾਬ ਦੇ ਲੋਕਾਂ ਕੋਲੇ ਆਪਦੀ ਕਿਸਮਤ ਘੜਨ ਦੇ ਅਧਿਕਾਰ ਨਹੀਂ ਹੋਣਗੇ, ਤੁਸੀਂ ਕਿਵੇਂ ਆਪਦੀ ਕਿਸਮਤ ਘੜ ਲਓਗੇ? ਸੋ ਅਧਿਕਾਰ ਕੌਣ ਲਈ ਬੈਠਾ? ਉਹ ਸੈਂਟਰ ਸਰਕਾਰ ਲਈ ਬੈਠੀ ਹੈ, ਪਾਵਰ ਨੂੰ ਸੈਂਟਰਲਾਈਜ਼ ਕਰੀ ਬੈਠੇ ਆ। ਜਦੋਂ ਆਪਾਂ ਸ਼ੰਭੂ ਮੋਰਚੇ 'ਚ ਡਾਕਟਰ ਸਾਹਿਬ ਵੱਧ ਅਧਿਕਾਰਾਂ ਦੀ ਗੱਲ ਕਰਦੇ ਸੀ, ਇਸੇ ਕਰਕੇ ਕਰਦੇ ਸੀ ਵੀ ਅੱਜ ਤਾਂ ਇਹ 3 ਕਾਨੂੰਨ ਆ, 3 ਕਾਨੂੰਨਾਂ ਤੇ ਅਸੀਂ ਸੰਘਰਸ਼ ਵਿੱਢ ਲਿਆ, ਇਹਨਾਂ ਨੂੰ ਕੈਂਸਲ ਕਰਾਤਾ, ਅਸੀਂ ਖੜੇ ਫੇਰ ਉੱਥੇ ਦੀ ਉੱਥੇ ਆ। ਅਸੀਂ ਆਪਦੀਆਂ ਕੋਈ ਪਾਲਿਸੀਆਂ ਨਹੀਂ ਬਣਾ ਸਕਦੇ। ਸਾਡੀ ਸਿੱਖਿਆ ਨੂੰ ਲੈ ਲਓ, ਸਾਡੀ ਖੇਤੀਬਾੜੀ ਨੂੰ ਲੈ ਲਓ, ਸਾਡੀ ਤੁਸੀਂ ਪੰਜਾਬ ਦੀ ਹੋਰ ਕਿਸੇ ਮਸਲਿਆਂ ਨੂੰ, ਪਾਣੀਆਂ ਨੂੰ ਲੈ ਲਓ, ਹਨਾ, ਸਾਡੀ ਸਿਹਤ ਨੂੰ ਲੈ ਲਓ, ਕੋਈ ਪਾਲਿਸੀ ਤੁਸੀਂ ਆਪ ਨਹੀਂ ਘੜ ਸਕਦੇ। ਸਭ ਸਰਕਾਰ ਸੈਂਟਰ ਤੋਂ ਚੱਲਦੀ ਆ ਤੇ ਉੱਥੋਂ ਹੀ ਸਾਡੇ ਜਿਹੜੇ ਇੱਥੋਂ ਦੇ ਵੀ ਲੀਡਰ ਆ ਉਹ ਕਾਰਾਂ ਭਜਾਉਂਦੇ ਆ ਤੇ ਦਿੱਲੀ ਵੱਲ ਨੂੰ ਹੋ ਜਾਂਦੇ ਆ ਜੇ ਕੋਈ ਫੈਸਲਾ ਲੈ ਕੇ ਆਉਣਾ। ਪੰਜਾਬ ਨੂੰ ਆਪਦੀ ਕਿਸਮਤ ਆਪ ਘੜਨੀ ਪਊਗੀ, ਹੋਰ ਬਾਕੀ ਸੂਬਿਆਂ ਨੂੰ ਵੀ ਆਪਦੀ ਕਿਸਮਤ ਆਪ ਘੜਨੀ ਪਊਗੀ। ਜਦੋਂ ਤੱਕ ਤੁਸੀਂ ਆਪਦੇ ਵੱਧ ਅਧਿਕਾਰਾਂ ਦੀ ਗੱਲ ਨਹੀਂ ਕਰਦੇ, ਉਦੋਂ ਤੱਕ ਮਸਲਿਆਂ ਦਾ ਹੱਲ ਨਹੀਂ ਹੋਣਾ। ਇਸੇ ਕਰਕੇ ਇਸ ਫੈਡਰਲ ਸਟਰਕਚਰ 'ਚ, ਸਾਡੀ ਤਾਂ ਕਨਸਟੀਟਿਊਸ਼ਨ ਕਹਿੰਦੀ ਆ ਨਾ ਵੀ ਇਹ ਫੈਡਰਲ ਸਟਰਕਚਰ ਆ। ਜੇ ਫੈਡਰਲ ਸਟਰਕਚਰ ਆ ਤਾਂ ਫੈਡਰਲ ਢਾਂਚੇ ਨੂੰ ਫੈਡਰਲ ਢਾਂਚੇ ਦੇ ਹਿਸਾਬ ਨਾਲ ਚਲਾਓ। ਇਹਨੂੰ ਤੁਸੀਂ ਡੈਮੋਕ੍ਰੇਸੀ ਕਹਿੰਦੇ ਹੋ, ਪਰ ਚਲਾ ਰਹੇ ਹੋ ਤੁਸੀਂ ਫਰਸ਼ੀਵਾਦੀਆਂ, ਇੱਕ ਫਾਸਿਜ਼ਮ ਲਈ। ਤਾਂ ਸੈਂਟਰ ਦੀ ਜਿਹੜੀ ਸਰਕਾਰ ਆ ਨਾ, ਉਹ ਅੰਨੀ ਬੋਲੀ ਕਿਉਂ ਹੋਈ ਬੈਠੀ ਆ ਅੱਜ? ਬੀਜੇਪੀ ਇਸ ਕਰਕੇ ਅੰਨੀ ਹੋਈ ਬੈਠੀ ਆ, ਉਹਨਾਂ ਕੋਲੇ ਸਾਰੀ ਪਾਵਰ ਆ, ਉਹਨਾਂ ਨੂੰ ਫਰਕ ਹੀ ਨਹੀਂ ਪੈਂਦਾ।
ਸੋ ਚੋਣਾਂ ਲੜਨ ਦੀ ਗੱਲ ਕਰਦੇ ਆ ਜਿਹਦਾ 2022 ਦੀਆਂ ਹਾਂਜੀ। ਦੇ ਵਿੱਚ ਹੁਣ ਕਾਂਗਰਸ ਤੇ ਅਕਾਲੀ ਦਲ ਹੋਰਨਾਂ ਦਾ ਵੀ ਜਿਹੜਾ ਵਿਰੋਧ ਜਿਹੜਾ ਕਿਸਾਨ ਕਰਨ ਲੱਗ ਪਏ ਯੂਨੀਅਨ ਹਾਂਜੀ। ਕੋਈ ਵੀ ਹੈਗੀ ਕਿੱਦਾਂ ਦੇਖਦੇ ਹੋ ਨਹੀਂ ਦੇਖੋ, ਮੈਂ ਇੱਕ ਗੱਲ ਕਹਿਣਾ ਜੀ, ਹਮੇਸ਼ਾ ਹੀ ਵਿਰੋਧ ਕਿਸੇ ਦਾ ਹੁੰਦਾ ਉੱਥੇ ਤਣਾਅ ਤੇ ਟਕਰਾਅ ਨਹੀਂ ਹੋਣਾ ਚਾਹੀਦਾ। ਵਿਰੋਧ ਕਰੋ। ਅੱਜ ਜਿਹੜਾ ਸੰਘਰਸ਼ ਆ ਉਹ ਇੱਕ ਡੈਮੋਕ੍ਰੈਟਿਕ ਵੇ 'ਚ ਚੱਲ ਰਿਹਾ ਨਾ, ਇੱਕ ਪੀਸਫੁਲ ਢੰਗ 'ਚ ਚੱਲ ਰਿਹਾ। ਅਸੀਂ ਜੇ 26 ਜਨਵਰੀ ਨੂੰ ਲਾਲ ਕਿਲ੍ਹੇ ਵੱਲ ਗਏ ਸੀ, ਅਸੀਂ ਵਾਕਈ ਪੀਸਫੁਲ ਗਏ ਸੀ। ਸਾਨੂੰ ਬਦਨਾਮ ਕੀਤਾ ਗਿਆ, ਸਾਡੀ ਲਹਿਰ ਨੂੰ ਬਦਨਾਮ ਕੀਤਾ ਗਿਆ, ਬੰਦਿਆਂ ਨੂੰ ਬਦਨਾਮ ਕੀਤਾ ਗਿਆ। ਇਹ ਸਰਕਾਰਾਂ ਦਾ ਕੰਮ ਹੁੰਦਾ। ਸਰਕਾਰ ਕੀ ਕਰਦੀ ਆ, ਜਿਹੜੀ ਲਹਿਰ ਉੱਠਦੀ ਆ ਉਹਨੂੰ ਬਦਨਾਮ ਕਰਨਾ, ਤੇ ਉਸ ਲਹਿਰ 'ਚ ਜਿਹੜੇ ਕੁਝ ਚਿਹਰੇ ਹੁੰਦੇ ਆ ਜਿਨ੍ਹਾਂ ਨਾਲ ਸਾਡੇ ਲੋਕ ਰਿਲੇਟ ਕਰਨ ਲੱਗ ਜਾਂਦੇ ਆ, ਉਹਨਾਂ ਨੂੰ ਵੀ ਬਦਨਾਮ ਕਰਦੇ ਆ। ਸੋ ਵਿਰੋਧ ਅਸੀਂ ਤਰਕ ਦੇ ਆਧਾਰ ਤੇ, ਦਲੀਲ ਦੇ ਆਧਾਰ ਤੇ ਕਰੋ, ਔਰ ਵਾਕਈ ਕਰਨਾ ਬਣਦਾ ਬਾਈ ਜੀ। ਅੱਜ ਦੀ ਡੇਟ 'ਚ ਅਸੀਂ 70 ਸਾਲ ਹੋ ਗਏ ਇੱਥੇ ਅਕਾਲੀ ਕਾਂਗਰਸੀਆਂ ਨੇ ਰਾਜ ਕੀਤਾ ਨਾ ਪੰਜਾਬ 'ਚ, ਤੇ ਸੈਂਟਰ 'ਚ ਅੱਜ ਬੀਜੇਪੀ ਬੈਠੀ ਹੈ। ਕਿਸੇ ਨੇ ਸਾਨੂੰ ਕੁਝ ਦਿੱਤਾ? ਕਿਸੇ ਸੈਂਟਰ ਸਰਕਾਰ ਨੇ ਦਿੱਤਾ? ਕਿਸੇ ਸਟੇਟ 'ਚ ਆ ਕੇ ਜਿਹੜੀ ਸਰਕਾਰ ਬਣੀ ਉਹਨਾਂ ਨੇ ਦਿੱਤਾ? ਅੱਜ ਤੱਕ ਸਾਨੂੰ ਗਲੀਆਂ ਨਾਲੀਆਂ ਤੇ ਹੀ ਲੈ ਕੇ ਫਿਰਦੇ ਰਹੇ। ਪੰਜਾਬ ਨੂੰ ਸਾਡਾ ਪਾਣੀ, ਸਾਡੇ ਕੋਲੇ ਨਸ਼ਿਆਂ ਦਾ, ਸਾਡੇ ਕੋਲੇ ਰਿਸ਼ਵਤ ਭ੍ਰਿਸ਼ਟਾਚਾਰ ਦੇ ਮਸਲੇ, ਸਾਡੇ ਕੋਲੇ ਪ੍ਰਵਾਸ ਦਾ ਮਸਲਾ, ਪੰਜਾਬ ਦੀ ਸਿੱਖਿਆ ਦਾ ਮਸਲਾ, ਰੁਜ਼ਗਾਰ ਦਾ ਮਸਲਾ, ਹੁਣ ਖੇਤੀ ਦਾ। ਸਾਡੇ ਕੋਲੇ ਖੇਤੀ ਤੋਂ ਬਿਨਾਂ ਹੈ ਕੀ ਸਾਡੇ ਪੱਲੇ? ਸੋ ਜੇ ਅਸੀਂ ਵੀ ਹਜੇ ਵੀ ਨਹੀਂ ਸਮਝਾਂਗੇ ਤੇ ਪੰਜਾਬ ਦੇ ਲੋਕ ਇੱਕ ਹੋ ਕੇ ਨਹੀਂ ਤੁਰਨਗੇ, ਆਪਦੀ ਸਿਆਸਤ ਆਪ ਨਹੀਂ ਖੜੀ ਕਰਨਗੇ। ਇਹ ਗੱਲ ਸਾਊਥ ਵਾਲੇ ਬਹੁਤ ਪਹਿਲਾਂ ਸਮਝੀ ਬੈਠੇ ਆ। ਦੇਖੋ ਉੱਥੇ ਰੀਜਨਲ ਪਾਰਟੀਆਂ ਨੇ ਹਮੇਸ਼ਾ ਸਿਆਸਤ 'ਚ ਆ ਕੇ ਲੋਕਾਂ ਦਾ ਕੁਛ ਨਾ ਕੁਛ ਭਲਾ ਕੀਤਾ। ਸਾਡੇ ਨਹੀਂ, ਅਸੀਂ ਫੇਰ ਨੈਸ਼ਨਲ ਪਾਰਟੀਆਂ ਦੇ ਨਾਲ ਜਾਂ ਤਾਂ ਸਾਡੀ ਰੀਜਨਲ ਪਾਰਟੀ ਦੀ ਕੋਈ ਗੰਢ ਧੁੱਪ ਹੋ ਜਾਂਦੀ ਆ, ਤੇ ਜਾਂ ਨੈਸ਼ਨਲ ਪਾਰਟੀ ਨੂੰ ਵੋਟਾਂ ਪਾ ਕੇ ਫਿਰ ਬਿਠਾ ਦਿੰਦੇ ਆ, ਤੇ ਫੈਸਲੇ ਹੁੰਦੇ ਆ ਦਿੱਲੀ ਤੋਂ। ਇੱਕ ਗੱਲ ਪੰਜਾਬ ਸਮਝ ਲੈ, ਜਦੋਂ ਤੱਕ ਦਿੱਲੀ ਤੇ ਡਿਪੈਂਡ ਰਹੋਗੇ ਅਸੀਂ ਆਪ ਦਾ ਕੁਝ ਨਹੀਂ ਕਰ ਸਕਾਂਗੇ। ਜਦੋਂ ਦਿੱਲੀ ਨੂੰ ਛੱਡ ਕੇ ਪੰਜਾਬ ਦੀ ਅਸੀਂ ਗੱਲ ਕਰਾਂਗੇ, ਕੁਝ ਆਪਦੀ ਸਿਆਸਤ ਆਪ ਸਿਰਜਾਂਗੇ, ਉਦੋਂ ਹੀ ਸਾਡਾ ਕੁਝ ਗਾਂ हल निकलूगा। द टारगेट न्यूज के लिए रूपनगर से सुषमा मोदगिल की रिपोर्ट। पल पल हर पल समाचारों से अपडेट रहना है तो हमारे इस चैनल द टारगेट न्यूज को लाइक करें, सब्सक्राइब करें व बेल आइकन को जरूर दबाएं। घर बैठे सारी जानकारी पाएं।